रंग ले जाए सुते जिरान जिरान जाए सुते जिरान सजन मेरे रंग ले सजन मेरे रंग ले जाए सुते जिरान जिरान जाए सुते जिरान हम पिवन्ना डूमनी हम पिवन्ना डूमनी रोवा चीनी बाण रोवा चीनी बाण सजन मेरे रंग ले सजन मेरे रंग ले जाए सुते जिरान जिरान जाए सुते जिरान तन जो बन अर फुल्लड़ा नाठियड़े दिन चार पबन केरे पत जियो टल टल जुम्मन टल टुल जुम्मन हार टल टुल जुम्मन हार सजन मेरे रंग ले सजन मेरे रंग ले जाए सुते जिरान जिरान जाए सुते जिरान रंग मान ले प्यारिया जा जो बन न भुला मान ले प्यारिया जा जो बन न भुला दिन थोड़े थके पया पुराना चूल्हा जो दिन आवे सो दिन जाही करना कुछ रहन फिर नाही संग चलत है
हम पी चलना, दूर गगन सिर ऊपर मरना। क्या तू सोया जाग आना, ते जीवन जग सच कर जाना। रंग मान ले प्यारे आ, खाना पीना हंसना सोना बिसर गया है मरना। खस्म बिसार खुबारी कीनी, त्रिग जीवन नहीं रहना। प्राणी एको नाम ते आवो, अपनी पत सेती कर जावो। रंग मान ले प्यारे आ, डड्डा डेरा एहो नहीं, जह डेरा तह जा। वहाँ डेरा का संजमो, गुर के शब्द पछाण। रंग मान ले प्यारे आ, ए तन ऐसा जैसे घास की टाटी। जल गयो घा रल गयो माटी। रंग मान ले प्यारे आ, चेतना है तो चेत ले निस दिन में प्राणी। छिन छिन आग बिहात है, छूटे कट जो पानी। की ना सुनेगी गोरिए, अपन कन्नी सोए। लगी आवे सोहरे, नित न पईया होए। नानक सुती पईए, जान विराती सन। गुना गवाई गंठड़ी, अब गुण चली बन। अब गुण चली बन, अब गुण चली बन। सजन मेरे रंगले, सजन मेरे रंगले। जाए सुते जिरान जिरान, जाए सुते जिरान। हम पीवन्ना डूमनी, हम पीवन्ना डूमनी। रोवा चीनी बाण, रोवा चीनी बाण। सजन मेरे रंगले, सजन मेरे रंगले। जाए सुते जिरा, जाए सुते जिरा जिरा। जाए सुते जिरान। सज्जन मेरे रंगले, जाए सुते जिरान। हम पी वंजा डूमनी, रोवां चीनी बाण। ਸਾਹਿਬਾਂ ਦੀ ਪਾਵਨ ਮੁਕੱਦਸ ਪਵਿੱਤਰ ਗੋਦ ਦੇ ਵਿੱਚ ਜੁੜ ਬੈਠੇ ਸਤਸੰਗੀ ਜਣੋ, ਅੱਜ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ ਸਰਦਾਰ ਹਰਬੰਸ ਸਿੰਘ ਜੀ ਇਸ ਲੋਕ ਤੋਂ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਪਿਛਲੇ ਕੁਝ ਦਿਨ ਤੋਂ ਪਹਿਲਾਂ
ਪਰਲੋਕ ਗਮਨ ਕਰ ਚੁੱਕੇ ਹਨ, ਤਿਨਾਂ ਦੀ ਅੰਤਮ ਅਰਦਾਸ ਦੇ ਗੁਰਮਤਿ ਸਮਾਗਮ ਦੇ ਵਿੱਚ ਅਸੀਂ ਸਾਰੇ ਆਪੋ ਆਪਣੇ ਫਰਜ਼ਾਂ ਨੂੰ ਨਿਭਾਉਂਦਿਆਂ ਇਲਾਕਾ ਨਿਵਾਸੀ, ਉਹਨਾਂ ਦੇ ਸਕੇ ਸੰਬੰਧੀ, ਰਿਸ਼ਤੇਦਾਰ, ਔਰ ਉਹਨਾਂ ਨੇ ਉਪਰਾਲਾ ਕੀਤਾ ਕਿ ਸੱਚਖੰਡ ਸਾਹਿਬ ਤੋਂ ਸਾਨੂੰ ਹੁਕਮ ਲਾਇਆ, ਜਿਵੇਂ ਜਿਵੇਂ ਵਾਹਿਗੁਰੂ ਜੀ ਦਾ ਹੁਕਮ ਹੈ ਅਸੀਂ ਇਸ ਦੁਨੀਆ ਤੇ ਸਵਾਸਾਂ ਨੂੰ ਭੋਗਦਿਆਂ ਉਹ ਕਾਰਜ ਸਾਡੇ ਕੋਲੋਂ ਵਾਹਿਗੁਰੂ ਜੀ ਕਰਵਾਉਂਦੇ ਹਨ। ਤੇ ਜਦੋਂ ਇੱਥੋਂ ਸਾਡਾ ਅੰਜਲ ਖਤਮ ਹੁੰਦਾ ਹੈ, ਜਦੋਂ ਸਵਾਸਾਂ ਦੀ ਪੂੰਜੀ ਖਤਮ ਹੁੰਦੀ ਹੈ, ਉਦੋਂ ਫਿਰ ਆਈ ਆਗਿਆ ਪਿਰਹੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਨਾ ਤੇ ਕਿਸੇ ਪਰਿਵਾਰ ਨੂੰ ਪੁੱਛਿਆ, ਨਾ ਪੰਚ ਸਰਪੰਚ ਤੋਂ, ਨਾ ਕਿਤੇ ਕੋਈ ਸਰਕਾਰੀ ਕਾਰੇ ਦਰਬਾਰੇ ਕੋਈ ਆਗਿਆ ਲਈ। ਜਿਵੇਂ ਆਮ ਕੋਈ ਸਰਕਾਰੀ ਕੋਈ ਕੰਮ ਹੈ, ਕੋਈ ਪਿੰਡ ਦੇ ਵਿੱਚ ਗ੍ਰਾਮ ਨਗਰ ਪੰਚਾਇਤਾਂ ਹਨ, ਕੋਈ ਸਿਸਟਮ ਨਾਲ ਚੱਲਦੀਆਂ ਹਨ। ਫਿਰ ਇੱਥੇ ਕੀ ਕਹੀਏ ਕਿ ਉਹਦਾ ਸਿਸਟਮ ਨਹੀਂ, ਉਹਦਾ ਸਿਸਟਮ ਹੈ, ਉਹਦਾ ਵਿਧਾਨ ਹੈ। ਕੀ ਹੈ ਮਰਨ ਲਿਖਾਏ ਮੰਡਲ ਮੈਂ ਆਏ। ਸਾਡੇ ਮੌਤ ਦਾ ਦਿਨ ਸਤਿਗੁਰੂ ਜੀ ਕਹਿੰਦੇ ਉਦੋਂ ਹੀ ਨਿਰਧਾਰਿਤ ਕੀਤਾ ਜਦੋਂ ਸਾਡੇ ਸਵਾਸ ਲਿਖਣੇ ਸਨ ਨਾ, ਉਸ ਤੋਂ ਪਹਿਲਾਂ ਸਾਡੀ ਮੌਤ ਦਾ ਦਿਨ ਮੁਕਰਰ ਕੀਤਾ ਗਿਆ। ਔਰ ਜਿਹੜਾ ਦਿਨ ਮੁਕਰਰ ਕੀਤਾ ਗਿਆ, ਜਿੰਨੇ ਸਵਾਸ ਅਸੀਂ ਇੱਥੇ ਆਰਜਾ ਲੈ ਕੇ ਆਏ ਹਾਂ, ਜਿਹੜੀ ਅਸੀਂ ਜ਼ਿੰਦਗੀ ਲੈ ਕੇ ਆਏ ਹਾਂ, ਜਿਹੜੀ ਜ਼ਿੰਦਗੀ ਦੀਆਂ ਅਸੀਂ ਡੀਂਗਾਂ ਮਾਰਦੇ ਹਾਂ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਉਹਨਾਂ ਰੋਗਾਂ ਦੇ ਅਧੀਨ ਅਸੀਂ ਡੀਂਗਾਂ ਮਾਰਦੇ ਹਾਂ। ਇਹ ਵਿਸ਼ਾ ਇੱਕ ਅਲੱਗ ਹੈ, ਪਰ ਸੱਚਾਈ ਹੈ। ਔਰ ਇਹ ਸੱਚਾਈ ਕਿਤੇ ਵਿਆਹ ਦੇ ਉੱਤੇ, ਕਿਤੇ ਕੋਈ ਕਾਰੋਬਾਰ ਮਿਲਿਆ ਹੋਵੇ, ਵਿਦੇਸ਼ ਬੱਚਾ ਜਾਂਦਾ ਹੋਵੇ, ਉਦੋਂ ਕਿਤੇ ਗੱਲ ਦੱਸੇ ਤੇ ਉਦੋਂ ਕਿਹਾ ਜਾਂਦਾ ਹੈ ਭਾਈ ਜੀ ਇਹ ਕਿਹੜੀਆਂ ਗੱਲਾਂ ਕਰ ਰਹੇ ਹਨ, ਸਾਡੇ ਤੇ ਖੁਸ਼ੀ ਦਾ ਕਾਰਜ ਹੈ। ਠੀਕ ਹੈ ਬਾਬਾ ਜੀ ਅੰਦਰ ਕਰ ਰਹੇ ਹਨ, ਗੁਰਬਾਣੀ ਕੀਰਤਨ ਕਰ ਰਹੇ ਹਨ, ਭੇਟਾ ਦੇ ਦਿਆਂਗੇ ਤੇ ਗੱਲ ਮੁੱਕੀ। ਪਰ ਅੱਜ ਅਸੀਂ ਅੰਤਮ ਅਰਦਾਸ 'ਚ ਬੈਠੇ ਹਾਂ, ਅਸੀਂ ਉਸ ਸੱਚ ਦੇ ਕੋਲ ਬੈਠੇ ਹਾਂ ਜਿਹੜਾ ਸੱਚ, ਕਿਉਂਕਿ ਗੁਰੂ ਪਿਆਰਿਓ, ਗੁਰੂ ਕੇ ਪ੍ਰਚਾਰਕਾਂ ਦੀ ਡਿਊਟੀ ਹੈ। ਉਹਨਾਂ ਨੇ ਜਿੱਥੇ ਆਪਣੀ ਸ਼ਹਿਰ ਦੇ ਵਿੱਚ, ਸਟੇਟ ਦੇ ਵਿੱਚ, ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ ਘੁੰਮ ਕੇ ਜੋ ਅਨੁਭਵ ਤੋਂ ਗਿਆਨ ਮਿਲਦਾ ਹੈ, ਉਹ ਅੱਖਰੀ ਗਿਆਨ ਤੋਂ ਕਿਤੇ ਵੱਡੀ ਗੱਲ ਹੈ। ਤੇ ਅਨੁਭਵ ਤੋਂ, ਆਪਣੀ ਆਤਮਿਕਤਾ ਤੋਂ ਜਿਹੜਾ ਗਿਆਨ ਮਿਲੇ, ਉਹ ਦੂਜਿਆਂ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਤੇ ਇਹ ਫਿਰ ਕੇ ਪ੍ਰਚਾਰ ਦੇ ਸਮੇਂ ਦੌਰਾਨ, ਇਸ ਸੇਵਾਵਾਂ ਦੇ ਵਿੱਚੋਂ ਇਹੀ ਗੱਲ ਮਿਲੀ ਕਿ ਜਦੋਂ ਸਭ ਤੋਂ ਵੱਧ ਮਨ ਸਾਡਾ ਜਿਹੜਾ ਇਕਾਂਤ ਦੇ ਵਿੱਚ ਇਕਾਗਰਤਾ 'ਚ ਹੁੰਦਾ ਹੈ, ਉਹ ਹੁੰਦਾ ਹੈ ਜਦੋਂ ਮੌਤ ਦੀ ਗੱਲ ਚੱਲੇ। ਜਦੋਂ ਸ਼ਮਸ਼ਾਨ ਭੂਮੀ 'ਚ ਕੋਈ ਜਾਂਦਾ ਹੈ ਤੇ ਗੱਲਾਂ ਨਹੀਂ ਹੁੰਦੀਆਂ, ਜਦੋਂ ਅੰਤਮ ਅਰਦਾਸ ਹੁੰਦੀ ਹੈ, ਮੌਤ ਦੀ ਗੱਲ ਚੱਲਦੀ ਹੈ ਤੇ ਕੋਈ ਬੜੀ ਇਕਾਗਰਤਾ ਬਣੀ ਹੁੰਦੀ ਹੈ। ਤੇ ਉਸ ਇਕਾਗਰਤਾ ਦੇ ਵਿੱਚ ਵੀ ਜੋ ਜੀਵਨ ਦੇ ਉਸ ਸੱਚ ਦੀ ਗੱਲ ਨਾ ਕੀਤੀ, ਇਹ ਸਮਾਂ ਬੜਾ ਮਹਾਨ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਅਸੀਂ ਸਾਰੇ ਭਟਕ ਜਾਂਦੇ ਹਾਂ, ਕੀ ਪ੍ਰਚਾਰਕ, ਕੀ ਗ੍ਰੰਥੀ, ਕਿਉਂਕਿ ਇਹ ਰਸ ਐਸੋ ਕੌਣ ਬਲੀ ਰੇ ਜਿਨ ਮਿਲ ਮਾਰੇ ਪੰਚ ਸੂਰਬੀਰ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਇਹ ਰਸ ਬੜੇ ਸੂਰਬੀਰ ਹਨ। ਸੋ ਅੱਜ ਦਾ ਜੋ ਵਿਸ਼ਾ ਹੈ, ਅੱਜ ਅਸੀਂ ਸਰਦਾਰ ਹਰਬੰਸ ਸਿੰਘ ਜੀ ਦੀ ਅੰਤਮ ਅਰਦਾਸ 'ਚ ਬੈਠੇ ਹਾਂ। ਤੇ ਇਹ ਅਰਦਾਸ ਵੱਡਿਆਂ ਭਾਗਾਂ ਨਾਲ ਮੈਂ ਸਮਝਦਾ ਹੁੰਦੀ ਹੈ, ਨਹੀਂ ਤੇ ਆ ਕਰੋਨਾ ਦਾ ਸਮਾਂ, ਇਹ ਕੀ ਸੀ, ਇਹ ਸਿਆਸਤ ਸੀ ਜਾਂ ਕੀ ਸੀ, ਮੈਂ ਇਸ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਤੁਸੀਂ ਇਹ ਅੱਖੀਂ ਵੇਖਿਆ ਹੋਵੇਗਾ ਕਿ ਸ਼ਮਸ਼ਾਨ ਦੀਆਂ ਲੱਕੜਾਂ ਵੀ ਨਸੀਬ ਨਹੀਂ ਹੋਈਆਂ ਬਹੁਤਿਆਂ ਨੂੰ। ਗੰਗਾ ਦੇ ਵਿੱਚ, ਜਿਹਨੂੰ ਸਨਾਤਨ ਮੱਤ ਤੇ ਹਿੰਦੂ ਮੱਤ ਗੰਗਾ ਮਾਂ ਕਹਿੰਦਾ ਹੈ, ਉਹਦੀ ਨਦੀ ਦੇ ਵਿੱਚ ਲਾਸ਼ਾਂ ਨੱਪੀਆਂ ਗਈਆਂ, ਉਹ ਵੀ ਨਹੀਂ ਪੂਰੀਆਂ। ਵੱਡੇ ਹੀ ਭਾਗ ਹੁੰਦੇ ਹਨ। ਸਭ ਤੋਂ ਪਹਿਲੀ ਗੱਲ ਕਿ ਸਰੀਰ ਨੂੰ ਥਾਏ ਲਾ ਦੇਣਾ, ਉਹਨੂੰ ਅਗਨ ਭੇਂਟ, ਜੋ ਇੱਥੋਂ ਦੀ ਮਰਿਆਦਾ ਹੈ, ਸਾਡੇ ਸੱਭਿਆਚਾਰ ਦੀ ਮਰਿਆਦਾ ਹੈ, ਇਹ ਗੁਰਮਤਿ ਦਾ ਵੀ ਵਿਧਾਨ ਹੈ। ਕਿਉਂਕਿ ਇਹ ਅਖੀਰ ਦੇ ਉੱਤੇ ਜਦੋਂ ਸਰੀਰ ਨੂੰ ਸਾੜਿਆ ਕਿਤੇ ਜਾਣਾ, ਉਹਦੀਆਂ ਅਸਥੀਆਂ ਕਿਤੇ ਪ੍ਰਵਾਹ ਕਰ ਦੇਣੀਆਂ ਸਮੇਤ ਉਹਦੀ ਅੰਗੀਠੇ ਦੇ। ਕਿਉਂਕਿ ਜਿਸ ਸਰੀਰ ਦੇ ਨਾਲ ਸਾਡੀ ਪਕੜ ਹੁੰਦੀ ਹੈ, ਮਰ ਕੇ ਵੀ ਆਤਮਾ ਨੂੰ ਨਹੀਂ ਛੱਡਦੀ, ਤਾਂ ਕਿ ਪਿੱਛੇ ਇਹਦੇ ਸੰਬੰਧ ਨਾ ਬਣੇ ਰਹਿਣ, ਇਹਨੂੰ ਸਾੜਿਆ ਕਿਤੇ ਜਾਂਦਾ ਹੈ ਤੇ ਫਿਰ ਇਹਦੀ ਅਸਥੀਆਂ ਕਿਤੇ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਸੋ ਗੁਰਮਤਿ ਦੇ ਵਿੱਚ ਇਹ ਮਰਿਆਦਾ ਹੈ।
कि पिछों अंते सतगुर बोलिया, मैं पिछे कीर्तन करियो निर्वाण जियो। केसों गोपाल पंडित सदियो हर हर कथा पढ़े पुराण जियो। गुरु अमरदास महाराज जी दी ਜਦੋਂ इथों शरीर करके जाना कीता ते गुरसिखां ने बैराग च पुछया कि महाराज तुहाडे पिछों साडा की बनेगा। ते गुरु साहिब जी ने उपदेश दिता कि रोना पिटना ये सब कुछ नहीं करना। गुरु महाराज जी दी बाणी दे गुर शब्द दे प्रवाह चलाउने हन, कथा कीर्तन गुरु ग्रंथ साहिब महाराज जी दे अखंड जाप करवाउने हन। ये मर्यादा सानू गुरु घर चों मिली है। सो वड्डियां भागां नाल मैं समझदा कि गुरमत दा प्रवाह चले और जिहड़ा जीव इथों चले जाता है, तुसीं समझदार हो, ਉਹਦੇ ਨਾਲ ਪਦਾਰਥ ਕਰਕੇ ਧਨ ਕਰਕੇ ਕੁਛ ਨਹੀਂ ਜਾਂਦਾ, ਨਾ ਹੀ ਅਸੀਂ ਦੇ ਸਕਦੇ ਹਾਂ। ਕੋਈ ਕਹਿ ਸਕਦਾ ਹੈ ਕਿ ਫਲਾਣਾ ਗਿਆ ਤੇ ਉਹਦੇ ਕੋਲ ਧਨ ਬੜਾ ਸੀ, ਉਹਦੀ ਕਾਰੇ ਦਰਬਾਰੇ ਸਰਕਾਰੇ ਬੜੀ ਪਹੁੰਚ ਸੀ ਤੇ ਉਹਨੇ MLA ਕੋਲੋਂ ਆਗਿਆ ਲੈ ਕੇ ਨਾ ਤੇ ਉਹਦਾ ਬਹੁਤ ਕੁਝ ਨਾਲ ਭੇਜਤਾ ਧਰਮਰਾਜ ਦੇ ਕੋਲ, ਜਾਂ ਜਿੱਥੇ ਇਹ ਆਤਮਾ ਜਾਂਦੀ ਹੈ। ਨਹੀਂ, ਇਹ ਸਭ ਕੁਝ ਇੱਥੇ ਰਹਿ ਜਾਂਦਾ ਹੈ ਤੇ ਫਿਰ ਉਹਦੇ ਨਾਲ ਕੀ ਜਾਂਦਾ ਹੈ। ਦੁਨੀਆ ਦੇ ਉੱਤੇ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ ਵੱਖ-ਵੱਖ ਤਰ੍ਹਾਂ ਦੀਆਂ। ਸਭ ਤੋਂ ਵੱਡੀ ਸ਼ਰਧਾਂਜਲੀ ਹੈ ਗੁਰੂ ਕੀ ਬਾਣੀ ਦੇ ਰਾਹੀਂ ਜਿਹੜਾ ਸਰੀਰ ਸਾਡੇ ਵਿੱਚੋਂ ਰੁਖਸਤ ਹੋਇਆ, ਉਹਦੇ ਨਿਮਿਤ ਅਸੀਂ ਇੱਕ ਮਤ ਗੁਰਮਤ ਦਾ ਜਾਪ ਕਰਕੇ ਇਕਾਗਰਤਾ ਦੇ ਵਿੱਚ ਜਿੱਥੇ ਉਹਦਾ ਭਲਾ ਹੈ। ਕਿਉਂਕਿ ਗੁਰੂ ਪਿਆਰਿਓ ਪੁੱਛਣਾ ਕੀਤਾ ਕਿਸੇ ਨੇ ਕਿ ਉਹ ਬਖਸ਼ਿਆ ਕਿਵੇਂ ਜਾਏਗਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਜਦੋਂ ਅਸੀਂ ਇੱਕ ਮਨ ਇੱਕ ਚਿਤ ਗੁਰ ਸ਼ਬਦ 'ਚ ਧਿਆਨ ਧਰਦੇ ਹਾਂ, ਜਿੱਥੇ ਜਿਹੜਾ ਜੀਵ ਇੱਥੋਂ ਚਲਿਆ ਜਾਂਦਾ ਹੈ, ਕਿਉਂਕਿ ਅਸੀਂ ਸਾਰੇ ਹੀ ਮਨ ਕਰਕੇ ਕਈ ਗਲਤੀਆਂ ਕਰਦੇ ਹਾਂ, ਗਲਤੀਆਂ ਦੇ ਮੁਜੱਸਬੇ ਹਾਂ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਐਸੀ ਹਸਤੀ ਹੈ ਜਿਹੜੀ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਹੈ। ਐਸੀ ਮਹਾਰਾਜ ਜੀ ਦੀ ਗੋਦ ਦੇ ਵਿੱਚ ਅਸੀਂ ਬੈਠੇ ਹਾਂ। ਸੋ ਆਓ ਜਿੱਥੇ ਅਸੀਂ ਇਹ ਗੱਲ ਮਹਿਸੂਸ ਕਰਕੇ ਇੱਥੋਂ ਅਸੀਂ ਸੇਧ ਲੈ ਕਰਕੇ ਜਾਣੀ ਹੈ ਕਿ ਅੰਤਮ ਅਰਦਾਸ ਕਿਸੇ ਦੀ ਵੀ ਹੋਣੀ ਤੈਅ ਹੈ। ਇਹ ਕੋਈ ਨਹੀਂ ਕਹਿ ਸਕਦਾ ਤੇ ਨਾ ਹੀ ਉੱਥੇ ਕੋਈ ਸਮਾਂ ਹੈ ਕਿ ਕਿਸੇ ਨੇ ਬਜ਼ੁਰਗੀ 'ਚ ਜਾਣਾ ਹੈ ਜਾਂ ਬਚਪਨੇ 'ਚ। ਤੇ ਸਾਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਤੇ ਮੌਤ ਕੀ ਹੈ, ਅਸੀਂ ਆਏ ਕੀ ਕਰਨਾ ਹੈ, ਇਹ ਜੰਮਣ ਕਿਉਂ ਹੈ, ਜੀਵਨ ਕਿਉਂ ਹੈ, ਫਿਰ ਮੌਤ ਕੀ ਹੈ, ਆਇਆ ਜੀਵ ਕਿੱਥੋਂ ਹੈ, ਉਹ ਕਰਨ ਕੀ ਆਇਆ ਹੈ ਤੇ ਚਲੇ ਕਿੱਥੇ ਜਾਂਦਾ ਹੈ। ਸਾਰੀ ਜ਼ਿੰਦਗੀ ਅਸੀਂ ਇਹਨਾਂ ਸਵਾਲਾਂ ਨੂੰ ਨਾ ਤੇ ਕਦੀ ਪੁੱਛਿਆ ਕਿਸੇ ਤੋਂ ਤੇ ਨਾ ਕਦੀ ਇਹਦੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਰਸ ਇੰਨੇ ਗਹਿਰੇ ਹਨ। ਰਸ ਰੂਪਾਂ ਰਸ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕਹਿ ਘਟ ਨਾਮ ਨਿਵਾਸ। 9 ਗਿਆਨ ਇੰਦਰੇ ਹਨ ਤੇ 9 ਰਸ ਹਨ। ਇਹ ਰਸ ਇੰਨੇ ਗਹਿਰੇ ਹਨ ਜਿਵੇਂ ਜਿਉਂ ਅਸੀਂ ਸੁਭਾਨਪੁਰ ਤੋਂ ਸ਼ੁਰੂ ਹੋਈਏ ਤੇ ਦੁਆਬੇ ਡਿਸਟ੍ਰਿਕਟ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰਸ ਗੱਡੀ ਤੇ ਜਾਂਦਿਆਂ ਮਿਲਦਾ ਹੈ ਉਹ ਹੈ ਮੰਦਰ ਦਾ ਰਸ। ਵੱਡੀਆਂ ਵੱਡੀਆਂ ਕੋਠੀਆਂ, ਏਡੀਆਂ ਵੱਡੀਆਂ ਇਮਾਰਤਾਂ ਤਮੀਲ ਕੀਤੀਆਂ ਹਨ। ਵਿੱਚ ਹੈ ਇੱਕ ਅੱਧਾ ਬਜ਼ੁਰਗ ਜਾਂ ਕੋਈ ਦੂਰ ਦਾ ਰਿਸ਼ਤੇਦਾਰ ਜਾਂ ਫਿਰ ਕਿਸੇ ਨੂੰ ਤਰਲਾ ਮਾਰਿਆ ਕਿ ਭਲਿਆ ਤੂੰ ਸਾਂਭ ਸੰਭਾਲ ਰੱਖੀ, ਤੈਨੂੰ ਅਸੀਂ ਸਫਾਈ ਦੇ ਪੈਸੇ ਵੀ ਦੇ ਦਿਆਂਗੇ। ਇਹ ਕੀ ਹੈ? ਇਹ ਰਸ ਹੈ। ਬੈਠੇ ਕਿਤੇ ਹਾਂ, ਛੱਤ ਕਿਤੇ ਮਿਲੀ ਹੈ ਤੇ ਇੱਥੇ ਲੋਕਾਂ 'ਚ ਵਾਹ-ਵਾਹ ਖੱਟਣ ਲਈ ਵੀ ਕਿਤੇ 6 ਸਾਲਾਂ ਬਾਅਦ ਜਾਂ ਕਿਤੇ ਆਏ ਤੇ ਇਹਨਾਂ ਕੋਠੀਆਂ ਦੇ ਵਿੱਚ ਸਾਨੂੰ ਕੋ ਕਵੇ ਫਲਾਣੇ ਦੀ ਕੋਠੀ। ਇਹ ਰਸ ਹੈ। ਗੁਰੂ ਸਾਹਿਬ ਜੀ ਨੇ ਇਹ ਸੰਕੇਤਕ ਮੈਂ ਤੁਹਾਡੇ ਨਾਲ ਵਿਚਾਰ ਕਰ ਰਿਹਾ। ਇਹ ਰਸ ਇੰਨੇ ਗਹਿਰੇ ਹਨ। ਕਿਸੇ ਨੂੰ ਰਸ ਹੈ ਖਾਣ ਦਾ, ਰਸ ਹੈ ਮੰਦਰ ਘਰ ਬਣਾਉਣੇ, ਰਸ ਹੈ ਸੋਹਣੀ ਸੇਜਾ ਦਾ, ਰਸ ਹੈ ਸੋਹਣੇ ਰੂਪ ਦਾ, ਰਸ ਰੂਪਾਂ ਰਸ ਕਾਮਣ ਰਸ ਸੁਗੰਧੀ ਇੱਕ ਰਸ ਹੈ। ਰਸ ਘੋੜੇ, ਜਿਵੇਂ ਅੱਜ ਗੱਡੀਆਂ ਦਾ ਸਿਸਟਮ ਚੱਲ ਪਿਆ ਹੈ, ਜਿੱਥੇ ਘਰ ਏਡੇ ਏਡੇ ਵੱਡੇ ਉੱਥੇ ਵੱਡੀਆਂ ਵੱਡੀਆਂ ਗੱਡੀਆਂ। ਪਹਿਲਾਂ ਘੋੜੇ ਵਾਹਨ ਸਨ, ਯਾਤਾਂ ਨਿਰਜਾਤ ਦੇ ਸਾਧਨ ਸਨ। ਸੋ ਬਹੁਤ ਬਰੀਕੀ 'ਚ ਮੈਂ ਨਾ ਜਾਵਾਂ ਤੇ ਮੈਂ ਬੇਨਤੀ ਕਰਦਿਆਂ ਜਾਣਾ ਅਸੀਂ ਸਭ ਨੇ ਹੈ। ਮੌਤ ਦਾ ਦਿਨ ਜਿਹੜਾ ਸਾਡਾ ਤੈਅ ਹੈ, ਕਿਸੇ ਦੀ ਇੰਨੀ ਔਕਾਤ ਨਹੀਂ ਕਿ ਉਹ ਅਮਰੀਕਾ ਬੈਠਾ ਕਵੇ ਕਿ ਮੈਂ ਇੰਡੀਆ ਛੱਡ ਆਇਆ ਹਾਂ ਤੇ ਇੱਥੇ ਮੈਡੀਕਲ ਸਹੂਲਤਾਂ ਬੜੀਆਂ ਨੇ। ਅੱਜ ਜਦੋਂ ਕਰੋਨਾ ਚੱਲਿਆ ਤੇ ਵੱਡੇ ਵੱਡੇ ਕੰਟੇਨਰਾਂ ਦੇ ਵਿੱਚ ਜਿਵੇਂ ਮਿੱਟੀ ਭਰਦੇ ਹਨ, ਇਵੇਂ ਲਾਸ਼ਾਂ ਨੂੰ
ਕੰਟੇਨਰਾਂ 'ਚ ਪਾ ਕੇ ਤੇ ਸਮੁੰਦਰ ਦੇ ਕੰਢੇ JCB ਦੇ ਨਾਲ ਨੱਪਿਆ ਗਿਆ। ਇਹ ਮਹਾਮਾਰੀ ਦਾ ਸਮਾਂ ਜਦੋਂ ਚੱਲਿਆ ਤੇ ਜਿਹੜੇ ਦੇਸ਼ ਡੀਂਗਾ ਮਾਰਦੇ ਸਨ ਨਾ ਕਿ ਸਾਡੇ ਕੋਲ ਤੇ ਮੈਡੀਕਲ ਸਹੂਲਤਾਂ ਬੜੀਆਂ ਨੇ, ਉਹ ਅੱਜ ਤੱਕ ਆਪਣੀਆਂ ਕੰਟਰੀਆਂ ਦੇ ਵੀਜ਼ੇ ਨਹੀਂ ਦੇ ਰਹੇ, ਉਹ ਜਹਾਜ਼ ਨਹੀਂ ਚਲਾ ਰਹੇ। ਅਕਾਲ ਪੁਰਖ ਤੋਂ ਭੁੱਲ ਕੇ ਤੇ ਦੁਨੀਆ ਜਿਹੜੀ ਤਰੱਕੀ ਨੂੰ ਅਸੀਂ ਸਮਝ ਬੈਠੇ ਹਾਂ ਕਿ ਕੋਠੀ 'ਚ ਪੱਥਰ ਲਵਾ ਲਿਆ, ਉੱਤੋਂ ਲਵਾ ਲਿਆ ਅਸੀਂ AC। ਸਾਇੰਸ ਸਦਾ ਹੀ ਪਰਮਾਤਮਾ ਦੇ ਉਲਟ ਰਹੀ ਹੈ, ਕਿਉਂਕਿ ਉਹਨੂੰ ਲੱਗਦਾ ਹੈ ਕਿ ਸਾਰਾ ਕੁਝ ਬਾਹਰੋਂ ਮਿਲਦਾ ਹੈ। ਮੈਂ ਮੌਸਮ ਨੂੰ ਅਨੁਕੂਲ ਕਰ ਲਿਆ ਆਪਣੇ ਤੇ AC ਲਵਾ ਲਿਆ ਤੇ ਆਖਿਆ ਲੈ ਰੱਬ ਨੇ ਤੇ ਤਪਸ਼ ਮਾਰੀ ਸੀ, ਅਸੀਂ AC ਲਵਾ ਕੇ ਤੇ ਰੱਬ ਦਾ ਵੇਖੋ ਕਿਤਨਾ ਖੰਡਨ ਕੀਤਾ ਹੈ। ਅਸੀਂ ਤੇ ਪਹਾੜਾਂ ਨੂੰ ਵਾਹ ਕੇ ਇੱਦਾਂ ਇੱਕ ਮਨੁੱਖ ਹੰਕਾਰ ਦੇ ਵਿੱਚ ਆ ਕੇ ਰੱਬ ਨੂੰ ਸਵਾਲ ਕਰ ਰਿਹਾ ਹੈ, ਕਹਿੰਦਾ ਤੂੰ ਮੈਨੂੰ ਕੀ ਦਿੱਤਾ। ਇਹ ਗੱਲ ਚੱਲ ਰਹੀ ਹੈ ਰੱਬ ਦੀ ਤੇ ਉਸ ਨਾਸਤਿਕ ਬਿਰਤੀ ਦੇ ਇਨਸਾਨ ਦੀ। ਕਹਿੰਦਾ ਤੂੰ ਦਿੱਤੇ ਪਹਾੜ, ਮੈਂ ਉਹਨਾਂ ਨੂੰ ਵਹਾ ਕੇ ਜ਼ਮੀਨਾਂ ਵਾਹਣਯੋਗ ਕਰਕੇ ਉਹਦੇ 'ਚ ਫਸਲਾਂ ਲਾਈਆਂ। ਤੂੰ ਜੰਗਲ ਦਿੱਤੇ, ਮੈਂ ਕਟਾਈ ਕਰਕੇ ਉੱਥੇ ਇਮਾਰਤਾਂ ਬਣਾਈਆਂ। ਤੂੰ ਨਦੀਆਂ ਇੰਨੀਆਂ ਕਰਤੀਆਂ, ਮੈਂ ਪਾਣੀ ਨੂੰ ਇੱਕ ਬੰਨੇ ਕਰਕੇ ਫਸਲਾਂ ਦੇ ਵਿੱਚ ਪਾਣੀ ਲਾਇਆ। ਉਹ ਇਸ ਤਰ੍ਹਾਂ ਗੱਲਾਂ ਕਰੀ ਗਿਆ ਤੇ ਰੱਬ ਸੁਣੀ ਗਿਆ। ਅਖੀਰ ਤੇ ਰੱਬ ਜੀ ਦੇ ਇੱਕੋ ਹੀ ਗੱਲ ਕਹੀ ਕਿ ਤੈਨੂੰ ਕਿਹਨੇ ਬਣਾਇਆ ਹੈ? ਜੇ ਤੈਨੂੰ ਬਣਾਇਆ ਹੈ ਤੇ ਤੂੰ ਸਭ ਕੁਝ ਕੀਤਾ ਹੈ ਨਾ। ਸੋ ਅਸੀਂ ਪਰਮੇਸ਼ਰ ਤੋਂ ਭੁੱਲੇ ਹਾਂ ਤੇ ਗੁਰੂ ਮਹਾਰਾਜ ਬਖਸ਼ਿੰਦ ਹਨ, ਦਇਆ ਦੇ ਖਜ਼ਾਨੇ ਹਨ। ਗੁਰੂ ਕਿਰਪਾ ਕਰੇ ਅਸੀਂ ਆਪਣਾ ਉਹ ਮੌਤ ਦਾ ਦਿਨ ਯਾਦ ਕਰੀਏ ਕਿ ਸਾਨੂੰ ਉਹਨੇ ਪੁੱਛ ਕੇ ਨਹੀਂ ਆਉਣਾ ਤੇ ਜਿੰਨੀ ਆਰਜਾ ਬਾਕੀ ਹੈ ਗੁਰੂ ਘਰਾਂ ਦੇ ਵਿੱਚ ਆਪਣੀਆਂ ਨਸਲਾਂ ਨੂੰ ਲੈ ਕਰਕੇ ਆਈਏ। ਬਹੁਤ ਸੋਹਣੀਆਂ ਬਿਲਡਿੰਗਾਂ ਬਣਾ ਦੇਣੀਆਂ ਮੁਬਾਰਕ ਹੈ, ਪਰ ਜਿਵੇਂ ਬਹੁਤਾਤ ਇੱਥੇ ਦੁਆਬੇ ਦੇ ਘਰ ਖਾਲੀ ਹਨ ਤਿਵੇਂ ਬਹੁਤਾਤ ਗੁਰੂ ਘਰ ਵੀ ਖਾਲੀ ਹੋ ਰਹੇ ਹਨ। ਬਜ਼ੁਰਗਾਂ ਤੋਂ ਇਲਾਵਾ ਅੱਜ ਦੀ ਇੱਥੇ ਆਮਦ 'ਚ ਤੁਸੀਂ ਨੌਜਵਾਨਾਂ ਦੀ ਗਿਣਤੀ ਵੇਖ ਲਓ, ਬੱਚਿਆਂ ਦੀ ਗਿਣਤੀ ਵੇਖ ਲਓ। ਅੱਜ ਦੇ ਇਸ ਇਕੱਠ ਤੋਂ ਅੰਦਾਜ਼ਾ ਲਾ ਲਓ ਕਿ ਅਸੀਂ ਸਿਰਫ ਬਜ਼ੁਰਗ ਜ਼ਿਆਦਾਤਰ ਤੌਰ 'ਤੇ ਇੱਥੇ ਰਹਿ ਚੁੱਕੇ ਹਾਂ। ਤੇ ਜਦੋਂ ਕੋਈ ਸਵਾਣੀ ਆਪਣਾ ਘਰ ਸੁੰਨਾ ਛੱਡ ਦੇ ਤੇ ਫਿਰ ਉੱਥੇ ਜਾਨਵਰ ਆਲਣੇ ਪਾਉਂਦੇ ਹਨ, ਫਿਰ ਉੱਥੇ ਜਾਲੇ ਲੱਗਦੇ ਹਨ, ਕੰਧਾਂ 'ਚ ਤਰੇੜਾਂ ਪੈਂਦੀਆਂ ਹਨ। ਤਿਵੇਂ ਅੱਜ ਸਾਡੇ ਸੱਭਿਆਚਾਰ ਤੇ, ਸਾਡੇ ਧਰਮ ਤੇ, ਸਾਡੇ ਅਰਥ ਤੇ, ਰਾਜਨੀਤੀ ਤੇ, ਵਿਦੇਸ਼ੀ ਤੇ ਸਾਡੇ ਆਪਣੇ ਜਿਨ੍ਹਾਂ ਲਈ ਅਸੀਂ ਕੁਰਬਾਨੀਆਂ ਕੀਤੀਆਂ ਉਹ ਹਮਲੇ ਕਰ ਰਹੇ ਹਨ। ਤੇ ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ। ਤੁਸੀਂ ਆਪਣਾ ਘਰ ਸੁਣਨਾ ਛੱਡ ਕੇ ਤੇ 1 ਮਹੀਨੇ ਲਈ ਯਾਤਰਾ ਤੇ ਚੱਲ ਜਾਓ ਤੇ ਆਣ ਕੇ ਵੇਖਿਓ ਉਹੀ ਘਰ ਜਿਹੜਾ ਤੁਸੀਂ ਐ ਸਾਫ਼ ਕਰਕੇ ਗਏ ਸੀ, ਉੱਥੇ ਤਰੇੜਾਂ, ਉੱਥੇ ਜਾਲੇ ਲੱਗੇ ਹਨ। ਤੇ ਜੇ ਕਿਤੇ ਸਾਲ ਨਾ ਆਓ ਤੇ ਛੱਤ ਡਿੱਗਣ ਤੇ ਵੀ ਆ ਜਾਂਦੀ ਹੈ। ਇਵੇਂ ਅਸੀਂ ਆਪਣੀ ਮਾਨਸਿਕਤਾ ਨੂੰ ਸੁਣਿਆ ਛੱਡਤਾ, ਉੱਥੇ ਗੁਰ ਸ਼ਬਦ ਦਾ ਵਾਸ ਨਹੀਂ ਕੀਤਾ ਤੇ ਫਿਰ ਅਸੀਂ ਏਡੀਆਂ ਵੱਡੀਆਂ ਕੋਠੀਆਂ ਪਾ ਕੇ, ਗੱਡੀਆਂ ਪਾ ਕੇ ਦੁਖੀ ਹੋਏ ਫਿਰਦੇ ਹਾਂ। ਤੇ ਕਿੱਥੇ ਸਾਡੇ ਬਜ਼ੁਰਗ ਸੀ? ਇੰਨੀਆਂ ਲੰਮੀਆਂ ਵਾਟਾਂ ਤੁਰ ਕੇ ਜਾਣਾ, ਸਾਦੇ ਕੱਪੜੇ, ਉਹਨਾਂ ਵਰਗੀ ਮੁਹੱਬਤ, ਉਹਨਾਂ ਵਰਗਾ ਪਿਆਰ ਤੇ ਉਹਨਾਂ ਵਰਗਾ ਧਰਮ ਅੱਜ ਮਨਫੀ ਹੈ। ਗੁਰੂ ਕਿਰਪਾ ਕਰੇ ਵਿਚਾਰਾਂ ਕਰਦਿਆਂ ਮੈਨੂੰ ਸਮਝ ਆਵੇ ਕਿ ਮੈਂ ਉਹਨਾਂ ਵਿਚਾਰਾਂ ਤੇ ਚੱਲ ਸਕਾਂ ਤੇ ਵਿਚਾਰਾਂ ਸੁਣਦਿਆਂ ਤੁਹਾਨੂੰ ਇਹ ਸਮਝ ਆ ਜਾਏ, ਤੁਹਾਡੇ ਮਨ 'ਚ ਇਹ ਗੁਰ ਸ਼ਬਦ ਦੀ ਸਾਂਝ ਬਣੇ। ਆਓ ਨਾਲ ਨਾਲ ਸ਼ਬਦ ਦੀ ਹਾਜ਼ਰੀ।